बिस्मिल्लाहिर्रहमानिर्रहीम अस्सलामुअलैकुम। वेलकम टू द फार्मिंग टिप्स में शाहिद अली अवान की जानिब से खुश आमदीद। नाजरीन, आज आपको लाए हैं असद नंबरदार के फार्म की खास बात यह है कि असद साहब ने आज से 12 साल पहले 5 जानवरों से काम शुरू किया और बगैर रिसोर्सेज के माशाल्लाह इस वक्त इनके पास 30 जानवर हैं और फार्म की में तकरीबन तमाम फैसिलिटीज़ भी मौजूद हैं। इस वक्त महाना 4 लाख का दूध सेल करके महाना 2 लाख की खालस बचत कर रहे हैं। उन्होंने अकेले ये ज़बरदस्त कामयाबी कैसे समेटी, इस दौरान उन्होंने क्या कुछ किया, कौन से गुर अपनाए और क्या चीज़ें सीखी उन्होंने, ये सारी बातें हम उनसे जानेंगे, लेकिन आपको ये सारी बातें उन्हीं की ज़बानी सुनाएंगे। नाजरीन, हम आपको आए रोज़ अमली ज़िंदगी के अमली तजर्बात दिखाने में मसरूफ़ अमल हैं और अगर आप आइंदा भी ऐसी अमली वीडियोस देखते रहना चाहते हैं तो जल्दी से चैनल को सब्सक्राइब करके बेल आइकन दबाएं ताकि हर नई बनने वाली वीडियो की इत्तला आप तक बर वक्त पहुँच सके। तो चलें प्रॉपर इंटरव्यू स्टार्ट करते हैं। अस्सलाम वालेकुम जी। वालेकुम सलाम। की हाल है जी भाईजान? अल्लाह का शुक्र, तुसीं सुनाओ। सर तुहाडा नाम की है? असद। असद साहब किहड़ी जगह जे? भागोवाल। भागोवाल है। हाँ जी। ਤੇ ਸਰ ਤੁਹਾਡੇ ਮਾਸ਼ਾਅੱਲਾ ਡੰਗਰ ਤੁਸੀਂ ਰੱਖੇ ਨੇ, ਗਾਵਾਂ ਤੇ ਮੱਝਾਂ, ਦੱਸ ਸਕਦੇ ਹੋ ਕਿੰਨੇ ਸਾਲ ਦਾ ਤੁਹਾਡਾ ਤਜਰਬਾ ਹੈ? तकरीबन 12-13 साल हो चले ने। 12-13 ਸਾਲ ਤੁਹਾਨੂੰ ਹੋ ਗਏ ਡੰਗਰ ਸੰਭਾਲਦੇ ਆ जी। ਠੀਕ ਹੈ। ਅੱਛਾ, ਇਹ ਜਿਹੜੇ ਤੁਹਾਡੇ ਮੱਝਾਂ ਨੇ ਕਿੰਨੀਆਂ ਨੇ? मझा इस टाइम 18 ਮੱਝਾਂ ਤੇ ਜਿਹੜੇ ਇਹਨਾਂ ਦੇ ਪਿੱਛੇ ਜਾ ਨੇ? जा ने इन्हां दे पिछे इस टाइम जेड़े ने कोई 9-10 ने। 9-10 ਨੇ। हाँ जी। ਤਕਰੀਬਨ 30 ਤੁਹਾਡੀਆਂ ਮੱਝਾਂ ਬਣ ਜਾਂਦੀਆਂ ਨੇ? हाँ जी। 3 गावां भी ने। 3 ਗਾਵਾਂ ਵੀ ਨੇ। हाँ ਠੀਕ जी। ਹੈ ਮਾਸ਼ਾਅੱਲਾ। ਅੱਛਾ ਸਰ, ਤੁਸੀਂ ਇੱਥੋਂ ਤੱਕ ਕਿਸ ਤਰ੍ਹਾਂ ਪਹੁੰਚੇ, ਕਿੱਥੋਂ ਸਫ਼ਰ ਸ਼ੁਰੂ ਕੀਤਾ ਸੀ, ਕਿੰਨੇ ਜਾਨਵਰਾਂ ਤੋਂ ਕੰਮ ਸ਼ੁਰੂ ਕੀਤਾ ਸੀ? भाजी मेरे को सिर्फ 4-5 जानवर सन ਠੀਕ ਹੈ। ਤੇ ਉਹਨਾਂ ਤੋਂ ਫਿਰ ਆਸਤਾ ਜਿਹੜਾ ਨਾ ਇਹ ਕੰਮ ਚਲਾਇਆ, ਦੁੱਧ ਵੇਚ ਕੇ 1-2 ਪਾ ਕੇ ਨਾ ਮਸਲਨ ਹਰ 2 ਮਹੀਨਿਆਂ ਬਾਅਦ ਇੱਕ ਲੈ ਲੈਨੇ ਸਾਂ ਠੀਕ ਹੈ। ਤੇ ਇੰਜ ਹੌਲੀ ਜਿਹੜਾ ਹੁਣ ਮਾਸ਼ਾਅੱਲਾ ਮਾਲ ਬਥੇਰਾ ਬਣ ਗਿਆ, ਵੇਲੀ ਛੇਲੀ ਬਣ ਗਈ ਹੈ, ਸਾਰਾ ਸਿਸਟਮ ਠੀਕ ਹੈ। ਜਿਹੜੀ ਮੱਝ ਤੁਸੀਂ ਲੈਂਦੇ ਹੋ ਉਹ ਸੂਈ ਮੱਝ ਲੈਂਦੇ ਹੋ ਜਾਂ ਬਣੀ ਲੈਂਦੇ ਹੋ? ਅਸੀਂ ਸੂਈ ਜਾਂ ਫੁੱਲ ਤਿਆਰ ਹੋਵੇ ਜਿਹੜੀ ਮਸਲਨ 10-15 ਦਿਨਾਂ ਨੂੰ ਸੂਪੇ ਤੇ ਜਾਂ 10-15 ਦਿਨਾਂ ਦੀ ਸੂਈ ਹੋਵੇ। ਇਹ ਨਹੀਂ ਹੈ ਤੁਸੀਂ ਇਕੱਠੀਆਂ ਨਹੀਂ ਖਰੀਦੀਆਂ, ਤੁਸੀਂ ਆਹਿਸਤਾ ਨਹੀਂ, ਆਸਤਾ ਕਦੇ 2 ਲੈ ਲਈਆਂ, ਕਦੇ 3 ਲੈ ਲਈਆਂ, ਇਸ ਤਰ੍ਹਾਂ। ਠੀਕ ਹੈ ਮਾਸ਼ਾਅੱਲਾ। ਹਾਂਜੀ। ਕਿਹੜੀ ਸਕੀਮ ਤੁਸੀਂ ਅਪਣਾਈ ਸੀ ਕਿ ਮਾਸ਼ਾਅੱਲਾ ਤੁਹਾਡਾ ਕਾਰੋਬਾਰ ਏਡਾ ਕਾਮਯਾਬ ਰਿਹਾ? ਕਿਸ ਸਕੀਮ ਦੇ ਤਹਿਤ ਤੁਸੀਂ ਚੱਲਦੇ ਰਹੇ ਹੋ? ਬਸ ਭਾਜੀ ਮਿਹਨਤ ਇਸ ਕੰਮ ਤੇ ਵੇ, ਮਿਹਨਤ ਕਰੇ ਬੰਦਾ ਧਿਆਨ ਨਾਲ, ਨੀਅਤ ਨਾਲ, ਠੀਕ ਹੈ ਤੇ ਕੰਮ ਇਹ ਠੀਕ ਹੈ। ਬਾਹਰ ਨਾਲੋਂ ਕਈ ਹਿੱਸੇ ਚੰਗਾ ਇੱਥੇ ਮਾਸ਼ਾਅੱਲਾ। ਤੇ ਬੜਾ ਜ਼ਬਰਦਸਤ ਕਾਰੋਬਾਰ ਹੈ। ਬਾਹਰ ਜਾ ਕੇ ਲੋਕੀ ਬੜੇ ਕਮਾ ਲੈਂਦੇ ਹੋਣਗੇ, ਲੱਖ ਕਮਾ ਲੈਂਦੇ ਹੋਣਗੇ। ਮੈਂ ਇੱਥੇ 4-4.5 ਲੱਖ ਦਾ ਦੁੱਧ ਮਹੀਨੇ ਦਾ ਵੇਚ ਲੈਂਦਾ। ਮਾਸ਼ਾਅੱਲਾ, ਜ਼ਿੰਦਾਬਾਦ। ਹਾਂਜੀ। ਅੱਛਾ ਤੇ ਭਾਈ ਜੀ। ਉਹਦੇ ਵਿੱਚੋਂ ਕੋਈ 1.5 ਲੱਖ ਖਰਚਾ ਆ ਜਾਂਦਾ, ਜੀ ਰੁਪਈਆ ਜਿਹੜਾ ਨਾ 2-2.5 ਲੱਖ ਬਚ ਜਾਂਦਾ ਮਹੀਨੇ ਦਾ। ਮਾਸ਼ਾਅੱਲਾ। ਤੇ ਉਹ ਵੀ ਚਲੋ ਤੁਸੀਂ ਇੰਜ ਕਰ ਲਓ, ਵਿੱਚੋਂ ਮੱਝਾਂ ਛੱਜਾਂ ਬੰਦਾ ਲੈਂਦਾ 100 ਵਿੱਚ ਹੋਰ ਵੀ ਵਾਧੇ ਘਾਟੇ ਹੁੰਦੇ, ਰੁਪਈਆ 2 ਲੱਖ ਹੀ ਬਚੇ ਹਾਂ ਤੇ ਬਾਹਰ ਨਾਲੋਂ 100 ਹਿੱਸੇ ਚੰਗਾ ਸਹੀ ਹੈ। ਤੇ ਆਪਣੇ ਘਰ ਬੈਠੇ ਆ। ਤੇ ਇਹ ਦੱਸਿਓ ਕਿੰਨੇ ਬੰਦੇ ਸੰਭਾਲ ਰਹੇ ਹੋ? ਅਸੀਂ 2 ਬੰਦੇ। ਅੱਛਾ, ਤੇ ਇਹ ਜਗ੍ਹਾ ਕਿੰਨੀ ਜੇ? ਜਗ੍ਹਾ ਤਕਰੀਬਨ ਕਨਾਲ ਹੈ। ਤੁਸੀਂ ਇਹ ਬੜਾ ਜ਼ਬਰਦਸਤ ਪਿੱਛੇ ਇਹ ਨਾਜ਼ਰੀਨ ਸਾਡੇ ਨੂੰ ਪੂਲ ਨਜ਼ਰ ਆ ਰਿਹਾ, ਜਿਹਦੇ ਵਿੱਚ ਤੁਹਾਡੀਆਂ ਮੱਝਾਂ ਜਿਹੜੀਆਂ ਨੇ ਨਹਾ ਰਹੀਆਂ ਨੇ। ਹਾਂਜੀ। ਇਹ ਤੁਹਾਡੇ ਜ਼ਿਹਨ 'ਚ ਕਿਸ ਤਰ੍ਹਾਂ ਆਈਡੀਆ ਆਇਆ? ਇਹ ਭਾਜੀ ਮੈਂ ਇਕੱਲਾ ਬੰਦਾ, ਇੱਕ ਬੰਦਾ ਮੈਂ ਨਾਲ ਰੱਖਿਆ ਅੱਛਾ, ਤੇ ਅਗਰ ਉਹ ਬੰਦਾ ਮੇਰਾ ਨੱਸ ਵੀ ਜਾਂਦਾ ਨਾ, ਮੈਨੂੰ ਟੈਨਸ਼ਨ ਕੋਈ ਨਹੀਂ। ਬੜੀ ਗੱਲ। ਮੈਂ ਇਹਨਾਂ ਨੂੰ ਤੂੜੀ ਵੰਡਾ ਪਾ ਸਕਣਾ, ਠੀਕ ਹੈ। ਉਸ ਤੋਂ ਬਾਅਦ ਨਾ ਨਵਾਉਣ ਦੀ ਟੈਨਸ਼ਨ ਹੈ, ਨਾ ਪਾਣੀ ਡਾਉਣ ਦੀ ਟੈਨਸ਼ਨ, ਅੱਧਾ ਕੰਮ ਮੁੱਕ ਜਾਂਦਾ ਇਹ ਜਿਹੜਾ ਨਾ ਤਲਾਅ ਦੀ ਵਜ੍ਹਾ ਤੇ। ਯਾਨੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਇਹ 30 ਮੱਝਾਂ ਇਕੱਲੇ ਵੀ ਸੰਭਾਲ ਸਕਦੇ? ਕੱਲਾ ਮੈਂ ਪਹਿਲਾਂ ਸੰਭਾਲਦਾ ਰਿਹਾ, ਹੁਣ ਕੋਈ 3-4 ਮਹੀਨੇ ਹੋਏ ਨੇ ਮੈਂ ਬੰਦਾ ਰੱਖਿਆ। ਅੱਛਾ, ਠੀਕ ਹੈ। ਅਸਲ ਤੇ ਪੁਆਇੰਟ ਇਹ ਨਾ ਕਿ ਤਲਾਬ ਬਣਾਇਆ ਔਰ ਪੈਪ ਦਾ ਆਟੋਮੈਟਿਕ ਸਿਸਟਮ ਲਾਇਆ, ਤੁਹਾਡਾ ਟਾਈਮ ਬਚ ਜਾਂਦਾ ਹੈ, ਬੜਾ ਟਾਈਮ ਬਚਦਾ। ਮੈਨੇਜਮੈਂਟ ਆਸਾਨ ਹੋ ਜਾਂਦੀ ਹੈ। ਹਾਂਜੀ, ਬਸ ਇਹ 2 ਮਿੰਟਾਂ ਦਾ ਕੰਮ ਹੈ। ਸੰਗਲ ਲਾਣੇ ਨੇ, ਇਹਨਾਂ ਵਿੱਚ ਵੜ ਜਾਣਾ, ਆਪੇ ਇਹਨਾਂ ਪਾਣੀ ਪੀਣਾ, ਆਪੇ ਨਹਾ ਲੈਣਾ। ਤੇ ਜੇ ਇਹਨਾਂ ਕਿੰਨੀ ਵਾਰੀ ਤੁਸੀਂ ਇਹਨਾਂ ਨੂੰ ਮੱਝਾਂ ਨੂੰ ਨਵਾਉਂਦੇ ਹੋ? ਅਸੀਂ ਇਹਨਾਂ ਨੂੰ ਅੱਜ ਕੱਲ੍ਹ ਗਰਮੀ ਦੇ ਵਿੱਚ ਦਿਹਾੜੀ 'ਚ 3 ਘੰਟੇ ਬਹਾਨੇ ਆ, 3 ਤੋਂ 4 ਘੰਟੇ ਵਕਫੇ ਨਾਲ। ਇੱਕ ਵਾਰੀ ਸਵੇਰੇ ਬਿਠਾਉਂਦੇ ਆ 1.5 ਘੰਟਾ ਦੁਪਹਿਰ ਨੂੰ ਤੇ 1.5 ਘੰਟਾ ਇਸ ਟਾਈਮ ਪੱਠੇ ਚਾਰਨ ਤੋਂ ਬਾਅਦ ਸ਼ਾਮ ਨੂੰ। ਤੁਹਾਡਾ ਕਿੰਨਾ ਖਰਚਾ ਆ ਗਿਆ ਪੂਲ ਤੇ? ਇਹਦੇ ਤੇ ਤਕਰੀਬਨ 1.5 ਲੱਖ ਰੁਪਈਆ ਜਿਹੜੀ ਖਰਚਾ। ਤੁਸੀਂ ਪੀਟਰ ਲਾਇਆ ਜਾਂ ਮੋਟਰ ਲਾਈ ਹੈ ਪਿੱਛੇ? ਮੋਟਰ ਹੈ ਛੋਟੀ 3 ਦੀ। ਇਹ ਪਾਣੀ ਜਿਹੜਾ ਤੁਹਾਡਾ ਤੋਂ ਜਾ ਰਿਹਾ ਹੈ, ਨਜ਼ਰ ਵੀ ਆ ਰਿਹਾ ਸਾਨੂੰ ਇੱਥੇ ਪਾਣੀ ਜਾਂਦਾ। ਹਾਂਜੀ। ਇਹ ਪਾਣੀ ਇਹਦੇ ਵਿੱਚ ਜਾਨਵਰਾਂ ਦਾ ਗੋਬਰ ਮਿਕਸ ਹੈ। ਜੀ। ਇਹ ਪਾਣੀ ਕਿੱਥੇ ਜਾਂਦਾ ਹੈ? ਇਹ ਜਨਾਬ ਸਾਡੀ ਜ਼ਮੀਨ 'ਚ ਜਾਣ ਡੇ, ਉੱਥੇ ਹਮੁੰਜੀ ਲਾਈ ਹੈ, ਪੱਠੇ ਬੀਜੇ ਨੇ ਉਹਨਾਂ ਨੂੰ ਲਾਈਦਾ। ਤੇ ਪੱਠੇ ਜਿਹੜੇ ਤੁਸੀਂ ਲਿਆਂਦੇ ਹੋ ਸਾਰਾ ਇਹ ਜਗ੍ਹਾ ਤੁਹਾਡੀ ਆਪਣੀ ਹੈ? ਹਾਂਜੀ, ਕੁਛ ਆਪਣੀ ਹੈ, ਕੁਛ ਅਸੀਂ ਮੁੱਲ ਵੀ ਲੈ ਲੈਂਦੇ ਹਾਂ ਜਦੋਂ ਲੋੜ ਪਵੇ। ਅੱਛਾ ਸਰ, ਇਹ ਦੱਸੋ ਕਿ ਇਹਦੇ ਤੇ ਖਰਚਾ ਕਿੰਨਾ ਆ ਗਿਆ ਸੀ ਇਸ ਤਲਾਬ ਬਣਾਉਣ 'ਚ? ਇਹਦੇ ਤੇ ਤਕਰੀਬਨ 1.5 ਲੱਖ ਆਇਆ। 1.5 ਲੱਖ? ਕਿੰਨਾ ਅਰਸਾ ਹੋ ਗਿਆ ਬਣਾਇਆ? ਇਹਨੂੰ ਮੇਰਾ ਹਾਲ 1.5 ਸਾਲ ਹੋ ਗਿਆ ਬਣਾਇਆ। ਤੇ 1.5 ਸਾਲ ਤੋਂ ਹੁਣ ਕਿੰਨਾ ਕੁ ਆ ਜਾਏਗਾ ਖਰਚਾ?
ਇੰਨਾ ਹੀ ਆ ਜਾਏਗਾ, ਕੋਈ 10-20 ਹਜ਼ਾਰ ਵੱਧ ਆ ਜਾਏਗਾ। ਇਹਦੀ ਕਿੰਨੀ ਗਹਿਰਾਈ ਹੁੰਦੀ ਹੈ ਤੇ ਥੱਲੇ ਕਿੰਨਾ ਕੰਕਰੀਟ ਪਾਣਾ ਪੈਂਦਾ ਹੈ ਔਰ ਕਿੰਨੇ ਜਾਨਵਰ ਸਮਾ ਜਾਂਦੇ ਨੇ ਕਿੱਡੇ ਪੂਲ 'ਚ? ਇਹ ਭਾਜੀ ਤਕਰੀਬਨ 2 ਮਰਲਿਆਂ 'ਚ ਤੇ 2 ਮਰਲਿਆਂ 'ਚ ਇਹਦੇ ਵਿੱਚ ਤਕਰੀਬਨ ਡੰਗਰ ਜਿਹੜੇ ਨਾ 30 35 40 ਬਹਿ ਸਕਦੇ ਨੇ, ਆਰਾਮ ਸਕੂਨ ਨਾਲ ਨਹਾ ਸਕਦੇ ਨੇ। ਠੀਕ ਹੈ। ਇਹ ਰਹਿੰਦੇ ਹੋ ਪਿਆ 18-20 ਡੰਗਰ ਬੈਠੇ ਨੇ ਤੇ ਇਹਦੇ ਵਿੱਚ ਨਜ਼ਰ ਵੀ ਨਹੀਂ ਪਏ ਹੁੰਦੇ, ਅੱਧੇ ਵਿੱਚ ਹੀ ਬਹਿ ਰਹੇ ਨੇ ਤੇ ਇਹਦੇ ਵਿੱਚ 35-40 ਡੰਗਰ ਬਹਿ ਜਾਂਦੇ ਨੇ, ਆਰਾਮ ਸਕੂਨ ਨਾਲ ਨਹਾ ਲੈਂਦੇ ਨੇ। ਤੇ ਯਾਨੀ 1.5-2 ਲੱਖ 'ਚ ਤਿਆਰ ਹੋ ਜਾਂਦਾ ਹੈ। ਹਾਂਜੀ। ਜ਼ਬਰਦਸਤ। ਅੱਛਾ ਬਾਈ, ਤੁਸੀਂ ਇਹ ਦੱਸੋ ਕਿ ਤੁਸੀਂ ਸਾਰੇ ਜਾਨਵਰਾਂ ਨੂੰ ਕੀ ਖਿਲਾਉਂਦੇ ਹੋ ਔਰ ਉਹਦਾ ਕਿੰਨਾ ਖਰਚਾ ਆ ਜਾਂਦਾ ਫਿਰ ਜਾਨਵਰ? ਭਾਜੀ ਅੱਜ ਕੱਲ੍ਹ ਜ਼ਿਆਦਾ ਪੱਠੇ ਪਾਣ ਦੇ ਅਸੀਂ ਜਿਹੜਾ ਨਾ ਪਿਛਲੇ ਟਾਈਮ 12 ਵਜੇ ਤੋਂ ਬਾਅਦ ਠੀਕ ਹੈ। ਅੱਜ ਕੱਲ੍ਹ ਚਰੀ ਪਾਣ ਦੇ ਆ ਠੀਕ ਹੈ। ਤੇ ਚਰੀ ਦੇ ਉੱਤੇ ਆ ਮਿਕਸ ਵੰਡਾ ਫੀਡ, ਠੀਕ ਹੈ। ਉਹ ਪਾਣ ਦੇ ਆ। ਠੀਕ ਹੈ। ਉਹ ਐਂ ਚਰੀ ਪਾ ਕੇ ਤੇ ਉੱਤੇ ਅਸੀਂ ਫੀਡ ਪਾ ਦਿੰਦੇ ਆ ਤੇ ਉਹ ਖਾ ਲੈਂਦੇ ਆ। ਸਵੇਰੇ ਜਿਹੜਾ ਨਾ ਅਸੀਂ ਏਡੇ ਪੱਠੇ ਨਹੀਂ ਪਾਉਂਦੇ, ਕੋਈ ਵੀ ਤੂੜੀ ਸੁੱਟੀ ਦੀ ਹੈ ਥੋੜੀ ਜਿਹੀ ਤੇ ਉੱਤੇ ਫੀਡ ਪਾਈ ਦੀ ਹੈ ਤੇ ਪਾਣੀ ਪੀ ਕੇ ਰੱਜ ਜਾਂਦੇ ਆ। ਫੀਡ ਆਪ ਹੀ ਬਣਾਉਂਦੇ ਹੋ ਕਿ ਮੁੱਲ ਲੈਂਦੇ ਹੋ? ਨਹੀਂ, ਮੁੱਲ ਲੈਂਦੇ। ਕਿਹੜੀ ਕੰਪਨੀ 'ਚ ਲੈਂਦੇ ਹੋ? ਗੋਹਰ ਕੰਪਨੀ ਹੈ ਮੇਰਾ ਹਾਲ, ਉਹ ਤੋੜੇ ਦੇ ਰਿਜ਼ਲਟ ਉੱਤੇ। ਕੀ ਤੁਹਾਡਾ ਤਜਰਬਾ ਕਹਿੰਦਾ ਕਿ ਰਿਜ਼ਲਟ ਉਹਦਾ ਕੀ ਹੈ? ਤੁਸੀਂ ਮੁਤਮਈਨ ਹੋ? ਮੁਤਮਿਨ ਨਾ ਭਾਜੀ, ਦੂਸਰਿਆਂ ਵੰਡਿਆਂ ਨਾਲੋਂ ਸਸਤਾ। ਉਹਦੇ ਵਿੱਚ ਇੱਕ ਇਹ ਫਾਇਦਾ ਕਿ ਉਹ ਜਿਹੜਾ ਨਾ ਡੰਗਰ ਦੇ ਥਣਾਂ ਤੇ ਨਹੀਂ ਨੁਕਸ ਪੈਂਦਾ ਠੀਕ ਹੈ। ਤੇ ਹੋਰ ਹੈ ਵੀ ਚੰਗਾ, ਮਸਾਲੇ ਵਿੱਚ ਹੁੰਦੇ ਨੇ ਇਹ ਉਹ ਕੋਈ ਪਾਊਡਰ ਸ਼ੋਡਰ ਕੈਲਸ਼ੀਅਮ, ਠੀਕ ਹੈ। ਤੇ ਉਹਦੀ ਵਜ੍ਹਾ ਡੰਗਰ ਠੀਕ ਰਹਿੰਦੇ ਨੇ, ਪਾਣੀ ਛਾਣੀ ਰੱਜ ਕੇ ਪੀਂਦੇ ਨੇ, ਤੰਦਰੁਸਤ ਰਹਿੰਦੇ ਨੇ। ਕੁੱਲ ਮਿਲਾ ਕੇ ਇੱਕ ਜਾਨਵਰ ਤੇ ਕਿੰਨਾ ਖਰਚਾ ਆ ਜਾਂਦਾ? ਇੱਕ ਜਾਨਵਰ ਖਰੀਦਣ ਤੇ ਨਹੀਂ, ਚਾਰੇ ਦੇ। ਚਾਰੇ ਦੇ ਭਾਜੀ ਕੋਈ ਨਹੀਂ, ਚਾਰਾ ਐਡਾ ਮਹਿੰਗਾ ਕਿਹੜਾ ਹੈ। ਇਹ ਕਨਾਲ ਤਕਰੀਬਨ 3000 ਤੋਂ 4000 ਰੁਪਏ ਚੱਲਦੀ ਹੈ ਠੀਕ ਹੈ। ਤੇ ਡੰਗਰ ਨੂੰ ਤੁਸੀਂ ਵੰਡਾ ਛੰਡਾ ਪਾ ਕੇ ਤੇ ਜਿਹੜਾ ਨਾ ਪੱਠੇ, ਉਹ ਖਰਚਾ ਤੁਸੀਂ ਉਹਦਾ 200-250 ਰੁਪਇਆ ਲਾ ਲਓ। ਜ਼ਬਰਦਸਤ। ਅੱਛਾ ਭਾਈ, ਇਹ ਦੱਸੋ ਕਿ ਇਹ ਤੁਸੀਂ ਦੱਸਿਆ ਉਹਦਾ 200-250 ਖਾਣ ਪੀਣ ਦਾ ਖਰਚਾ, ਹਾਂਜੀ। ਸੰਭਾਲਣ ਵਾਸਤੇ ਵੀ ਤੁਸੀਂ ਆਦਮੀ ਦੱਸ ਛੜੇ ਨੇ। ਤੁਸੀਂ ਇਹ ਦੱਸੋ ਕਿ ਇੱਕ ਜਾਨਵਰ ਖਰੀਦਣਾ ਹੋਏ, ਤਾਜ਼ੀ ਸੂਈ ਮੱਝ ਖਰੀਦਣੀ ਹੋਏ ਤੇ ਕਿੰਨੇ ਕੁ ਦੀ ਲੱਭ ਜਾਂਦੀ ਅੱਜ ਕੱਲ੍ਹ ਔਸਤਨ, ਜਿਹੜੀ ਕੋਈ 15 ਕਿਲੋ ਦੁੱਧ ਦਿੰਦੀ ਹੋਏ? ਅੱਜ ਕੱਲ੍ਹ ਭਾਜੀ ਮੱਝ 2-2.5 ਲੱਖ ਦੀ ਚੰਗੀ ਮਿਲ ਜਾਂਦੀ। 15 ਕਿਲੋ ਦੁੱਧ ਦੇਣ ਵਾਲੀ ਮਿਲ ਜਾਂਦੀ? ਹਾਂਜੀ, ਚੰਗੀ ਮਿਲ ਜਾਂਦੀ। ਠੀਕ ਹੈ। ਤੇ ਕਿਸ ਨਸਲ ਦੀ ਮੱਝ ਅੱਛੀ ਹੁੰਦੀ ਤੁਹਾਡੀ ਨਜ਼ਰ 'ਚ? ਤੁਹਾਡੀਆਂ ਇੱਥੇ ਇੰਨੀਆਂ ਮੱਝਾਂ ਨੇ, ਸਾਨੂੰ ਨਹੀਂ ਪਤਾ ਕਿ ਚੰਗੀ ਨਸਲ ਦੀ ਕਿਹੜੀ ਹੈ, ਤੇ ਆਮ ਬੰਦੇ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਚੰਗੀ ਨਸਲ ਦੀ? ਭਾਜੀ ਸਾਡੇ ਇਲਾਕੇ ਦੀਆਂ ਮੱਝਾਂ ਜਿਹੜੀਆਂ ਹੁੰਦੀਆਂ ਉਹ ਨਹੀਂ ਚੰਗੀਆਂ ਹੁੰਦੀਆਂ। ਠੀਕ ਹੈ। ਮੱਝਾਂ ਚੀਚਾਵਤਨੀ, ਸਾਹੀਵਾਲ, ਉਕਾੜਾ, ਠੀਕ ਹੈ। ਉੱਥੋਂ ਦੀਆਂ ਮੱਝਾਂ ਚੰਗੀਆਂ, ਅਸੀਂ ਉੱਥੋਂ ਦੀਆਂ ਮੱਝਾਂ ਲੈਂਦੇ ਹਾਂ। ਉਹਨਾਂ ਦੀ ਕੋਈ ਪਹਿਚਾਣ ਹੈ ਵੇ? ਹਾਂਜੀ, ਬੜੀ ਪਹਿਚਾਣ। ਉਹਨਾਂ ਦੀ ਨਸਲ ਸ਼ਕਲ 'ਚ ਬੜਾ ਫਰਕ ਹੁੰਦਾ ਹੈ। ਤਕਰੀਬਨ ਸਾਰੀਆਂ ਮੱਝਾਂ ਉਧਰ ਦੀਆਂ। ਇੱਥੇ ਸਾਨੂੰ ਕੋਈ ਇੱਕ ਦੋ ਦੱਸੋ ਨਾ ਕਿ ਕਿਸ ਤਰ੍ਹਾਂ ਇਹ ਮੱਝਾਂ ਅਸੀਂ 3 ਲੈ ਕੇ ਆਏ ਆ। ਇੱਕ ਹੈ ਜਿਹਦੇ ਨੇ ਆ ਜਿਹੜਾ ਮੂੰਹ ਜਿਹਾ ਖੋਲਿਆ, ਇੱਕ ਇਹ ਵੇ, ਇੱਕ ਉਹ ਬੈਠੀ ਹੈ, ਠੀਕ ਹੈ। ਇੱਕ ਇੱਥੇ ਜਿਹੜੀ ਸੂਈ ਸੀ। 3 ਮੱਝਾਂ ਹੁਣ ਅਸੀਂ ਆਂਦੀਆਂ। ਉਹਨਾਂ ਦੀ ਜਿਹੜੀ ਇਹ ਨਸਲ ਸ਼ਕਲ ਕੋ ਹੋਰ ਹੁੰਦੀ ਹੈ, ਉਹਨਾਂ ਦਾ ਸੁਭਾਅ ਲੰਮਾ ਹੁੰਦਾ, ਦੁੱਧ ਜ਼ਿਆਦਾ ਟਾਈਮ ਦਿੰਦੀਆਂ। ਜਿਹੜੀਆਂ ਇੱਧਰ ਦੀਆਂ ਮੱਝਾਂ ਨੇ ਉਹ ਥੋੜਾ ਟਾਈਮ ਦੁੱਧ ਦਿੰਦੀਆਂ। ਇਹਨਾਂ ਦੇ ਸਿੰਗ ਕਿਸ ਤਰ੍ਹਾਂ ਦੇ ਹੁੰਦੇ ਨੇ? ਮੂੰਹ ਕਿਸ ਤਰ੍ਹਾਂ ਦਾ ਹੁੰਦਾ? ਥਣ ਕਿਸ ਤਰ੍ਹਾਂ ਦੇ ਹੁੰਦੇ ਨੇ? ਪਿੱਛਾ ਕਿਸ ਤਰ੍ਹਾਂ ਦਾ ਹੁੰਦਾ? ਇਹਨਾਂ ਦੇ ਭਾਜੀ ਸਿੰਗ ਛੋਟੇ ਹੁੰਦੇ ਨੇ, ਠੀਕ ਹੈ। ਗਰਦਨ ਲੰਮੀ ਹੁੰਦੀ ਹੈ, ਠੀਕ ਹੈ। ਚੱਡੇ ਇਹਨਾਂ ਦੇ ਸੋਹਣੇ ਹੁੰਦੇ ਨੇ, ਠੀਕ ਹੈ। ਥਣ ਮੁੱਠ ਦੇ ਹੁੰਦੇ ਨੇ, ਦੂਰ ਦੂਰ ਪੁੱਠੇ ਪਿੱਛੋਂ ਚੌੜੇ ਹੁੰਦੇ ਨੇ। ਠੀਕ ਹੈ। ਹਾਂਜੀ, ਇਹਨਾਂ ਨੂੰ ਬਾਰਦੀਆਂ ਕਹਿੰਦੇ ਨੇ। ਠੀਕ ਹੋ ਗਿਆ। ਹਾਂਜੀ। ਅੱਛਾ ਸਰ, ਇਹ ਦੱਸੋ ਕਿ ਕਿ ਅਗਰ ਕਿਸੇ ਬੰਦੇ ਕੋਲ 100 ਜਾਨਵਰ ਹੈ, ਤੁਹਾਡੇ ਖਿਆਲ 'ਚ 100 ਜਾਨਵਰ 'ਚ ਸ਼ਰਮਵਾਦ ਕਿੰਨੀ ਹੈ ਸਾਲ 'ਚ? ਸਾਲ 'ਚ ਖੁਦਾ ਨਾ ਖਾਸਤਾ ਅੱਲਾ ਨਾ ਕਰੇ ਕਿ ਕਿੰਨੇ ਕੁ ਜਾਨਵਰ ਨੁਕਸਾਨ ਹੋ ਜਾਂਦੇ ਨੇ ਸਾਲ 'ਚ? ਭਾਜੀ ਨਸੀਬਾਂ ਦੀ ਬਾਤ ਹੈ, ਅੱਲਾ ਮਾਫੀ ਦੇ। ਨਹੀਂ ਵੀ ਹੁੰਦੇ, ਕਈ ਵਾਰੀ ਹੋ ਵੀ ਜਾਂਦੇ ਨੇ। ਠੀਕ ਹੈ। ਤੇ 100 ਜਾਨਵਰ ਜੋ ਹੈ ਇਹ ਕੋਈ 2-4 ਹੋ ਜਾਂਦੇ, ਬੜੇ ਹੋਣ ਦੇ ਤੇ। ਠੀਕ ਹੋ ਗਿਆ। ਹਾਂਜੀ। ਜਾਨਵਰਾਂ ਰੱਖਣ 'ਚ ਮਸਾਇਲ ਕਿਹੜੇ ਹੁੰਦੇ ਨੇ? ਹਰ ਕੰਮ 'ਚ ਕੋਈ ਮਸਾਇਲ ਹੁੰਦੇ ਨੇ, ਕਿਆ ਇਸ ਕੰਮ 'ਚ ਵੀ ਕੋਈ ਮਸਾਇਲ ਹੈ ਨੇ? ਮਸਲਨ ਕੋਈ ਆਂਦਾ ਕਿ ਲੇਬਰ ਨਾ ਜੇ ਮਸਲਾ ਹੈ, ਕੋਈ ਆਂਦਾ ਪੱਠਾ ਬੜਾ ਮਹਿੰਗਾ ਮਸਲਾ ਹੈ। ਤੁਹਾਡੀ ਨਜ਼ਰ 'ਚ ਕੋਈ ਮਸਲਾ ਹੈ? ਕੋਈ ਮਸਲਾ ਨਹੀਂ ਭਾਜੀ। ਮਸਲਾ ਤੂੜੀ ਹੋਣੀ ਚਾਹੀਦੀ ਹੈ ਬੰਦੇ ਦੇ ਕੋਲ। ਤੂੜੀ ਵਾਸਤੇ ਗਦਾਮ ਹੋਵੇ, ਤੂੜੀ ਕੋਲ ਸਟਾਕ ਹੋਵੇ, ਕੋਈ ਮਸਲਾ ਹੀ ਨਹੀਂ। ਬੰਦੇ ਨਸ ਜਾਣ, ਤੂੜੀ ਵੰਡਾ ਪਾ ਲਓ। ਕਿੰਨੀ ਤੂੜੀ ਤੁਸੀਂ ਸਾਲ ਦੀ ਲੈਂਦੇ ਹੋ ਇਹਨਾਂ ਵਾਸਤੇ? ਅਸੀਂ ਇਹਨਾਂ ਮੱਝਾਂ ਵਾਸਤੇ ਤਕਰੀਬਨ 500-600 ਮਣ ਲੈਂਦੇ ਹਾਂ। ਤੇ ਉਹ ਸਾਰਾ ਸਾਲ ਤੁਹਾਡੀ ਨਿਕਲ ਜਾਂਦਾ ਉਹਦੇ ਨਾਲ? ਹਾਂਜੀ, ਆਰਾਮ ਸਕੂਨ ਨਾਲ। ਤੁਸੀਂ ਇਹ ਦੱਸੋ ਕਿ ਡੇਲੀ ਰੂਟੀਨ ਕੀ ਤੁਹਾਡੇ ਜਾਨਵਰਾਂ ਦੀ? ਕਿੰਨੇ ਵਜੇ ਪੱਠੇ, ਕਿੰਨੇ ਵਜੇ ਪਾਣੀ, ਕਿੰਨੇ ਵਜੇ ਵੰਡਾ, ਕਿੰਨੇ ਵਜੇ ਧਾਰ? ਅਸੀਂ ਭਾਜੀ ਸਵੇਰੇ ਨਮਾਜ਼ ਪੜ੍ਹ ਕੇ ਤੇ ਇਹਨਾਂ ਨੂੰ ਜਿਹੜਾ ਨਾ ਪੱਠੇ ਛੱਠੇ ਪਾਣੇ ਸ਼ੁਰੂ ਕਰ ਦਿੰਦੇ ਆ। ਪੱਠੇ ਪਾ ਕੇ ਨਾਲ ਹੀ ਅਸੀਂ ਧਾਰਾਂ ਚੋਂਦੇ ਆ। ਇੱਕ ਬੰਦਾ ਅਸੀਂ ਧਾਰਾਂ ਚੋ ਲੈਂਦੇ ਆ, ਪੱਠੇ ਪਾ ਲੈਂਦੇ ਆ। ਇੱਕ ਬੰਦਾ ਅਸੀਂ ਪੱਠੇ ਲੈਣ ਟੁਰ ਜਾਂਦੇ ਆ। ਠੀਕ ਹੈ। ਤੇ ਤਕਰੀਬਨ 8 ਵਜੇ ਅਸੀਂ ਵਿਹਲੇ ਹੋ ਜਾਂਦੇ ਆ, ਕੰਮ ਸਾਰਾ ਮੁਕਾ ਕੇ। 8 ਵਜੇ ਤੋਂ ਲੱਗ ਕੇ 3 ਵਜੇ ਤੱਕ ਅਸੀਂ ਨਾ ਵਿਹਲੇ ਰਹਿੰਦੇ ਆ। ਫਿਰ ਅਸੀਂ 3 ਵਜੇ ਇਹਨਾਂ ਨੂੰ ਜਿਹੜਾ ਨਾ 12 ਕੁ ਵਜੇ ਹੋੜ 'ਚ ਵਾੜ ਦਿੰਦੇ ਆ। ਇਹ ਨਹਾਉਂਦੀਆਂ ਨੇ, ਫਿਰ ਅਸੀਂ 3 ਵਜੇ ਪੱਠੇ ਪਾਉਂਦੇ ਆ, ਬਾਹਰ ਨਿਕਲ ਕੇ ਖਾਣ ਲੱਗ ਪੈਂਦੀਆਂ। ਉਸ ਤੋਂ ਬਾਅਦ ਜਨਾਬ ਅਸੀਂ 3 ਵਜੇ ਪੱਠੇ ਪਾ ਕੇ 4:30 ਵਜੇ ਝੋਣੀਆਂ ਸ਼ੁਰੂ ਕਰ ਦਿੰਦੇ ਆ। ਅੱਛਾ, ਹੁਣ ਤੁਸੀਂ ਚੋਣ ਦੀ ਗੱਲ ਕੀਤੀ ਹੈ, ਜ਼ਰਾ ਦੱਸਿਆ ਜੇ ਕਿ ਤੁਹਾਡੀਆਂ ਜਿਹੜੀਆਂ ਜਾਨਵਰ ਨੇ ਇਹਨਾਂ ਤੋਂ ਤੁਸੀਂ ਕਿੰਨਾ ਕੁ ਦੁੱਧ ਲੈ ਲੈਂਦੇ ਹੋ ਉਹਨਾਂ ਕੋਲ?
ਭਾਜੀ ਸਾਡਾ ਇਸ ਟਾਈਮ ਜਿਹੜੀਆਂ ਨਾ ਮੱਝਾਂ ਫੀ ਮੱਝ ਜਿਹੜੀ ਤਾਜ਼ੀ ਸੂਈ ਹੈ ਉਹਨਾਂ ਦੀ ਐਵਰੇਜ ਜਾ ਰਹੀ ਹੈ 10 ਤੋਂ 12 ਕਿਲੋ ਤੱਕ, ਕਿਉਂਕਿ ਗਰਮੀ ਬੜੀ ਹੈ, ਗਰਮੀ ਦੀ ਵਜ੍ਹਾ ਤੋਂ ਦੁੱਧ ਘੱਟ ਦੇ ਰਹੀਆਂ। ਤੇ ਅਗਰ ਸਟਾਲਿਆਂ ਦਾ ਮੌਸਮ ਹੋਵੇ ਤੇ 14 15 16 ਕਿਲੋ ਵੀ ਕਰ ਸਕਦੀ ਹੈ। ਠੀਕ ਹੈ। ਹਾਂਜੀ। ਤੇ ਦੁੱਧ ਜਿਹੜਾ ਵੇ ਤੁਹਾਡਾ ਉਹ ਕਿੰਨੇ ਰੁਪਏ ਕਿਲੋ ਵਿਕਦਾ ਇੱਥੇ? ਦੁੱਧ ਭਾਜੀ ਸਾਡਾ ਵਿਕਦਾ ਪਿਆ ਹੁਣ 90 ਰੁਪਏ ਕਿਲੋ। ਅੱਛਾ, ਤੇ ਇਹ ਜਿਹੜਾ ਤੁਸੀਂ ਦੁੱਧ ਵੇਚਦੇ ਹੋ ਜ਼ਿਆਦਾ ਦੁੱਧੀਆਂ ਨੂੰ ਦਿੰਦੇ ਹੋ? ਦੁੱਧ ਹੀ ਭਾਜੀ ਖੜਦੇ ਨੇ ਡੇਰੇ ਤੋਂ ਆ ਕੇ, ਅਸੀਂ ਨਹੀਂ ਨਾ ਦੇਣ ਜਾਂਦੇ ਆ ਨਾ ਕਿਤੇ ਜਾਂਦੇ ਆ, ਉਹ ਡੇਰੇ ਤੋਂ ਆਉਂਦੇ ਨੇ ਕੁੱਪੀਆਂ ਭਰ ਕੇ ਲੈ ਜਾਂਦੇ। ਇਹ ਦੱਸਿਓ ਕਿ ਜਦੋਂ ਜਾਨਵਰ ਦਾ ਦੁੱਧ ਘਟਣਾ ਸ਼ੁਰੂ ਹੋ ਜਾਂਦਾ, ਯਾਨੀ ਮੱਝ ਜਿਹੜੀ ਹੈ ਉਹਦਾ ਸੋਇਆ ਜਿਹੜਾ ਵੇ ਉਹ ਦੇਰ ਹੋ ਜਾਂਦੀ ਉਹਨੂੰ, ਹਾਂਜੀ, ਉਹਦਾ ਦੁੱਧ ਘਟਣਾ ਸ਼ੁਰੂ ਹੋ ਜਾਂਦਾ, ਉਹਦੇ ਵਾਸਤੇ ਕੀ ਫਾਰਮੂਲਾ ਲਾਉਂਦੇ? ਦੁੱਧ ਵਧਾਉਣ ਵਾਸਤੇ ਜਾਂ ਦੁੱਧ ਉਹੀ ਰੱਖਣ ਵਾਸਤੇ ਜਿਹੜਾ ਉਹ ਜ਼ਿਆਦਾ ਦੇਰ ਹੀ ਹੁੰਦੀ ਹੈ? ਦੁੱਧ ਭਾਜੀ ਅਗਰ ਇਹਨਾਂ ਮੱਝਾਂ ਦੇ ਵਿੱਚ ਸੰਡਾ ਰੱਖਿਆ ਜਾਵੇ ਨਾ ਤੇ ਮੱਝ ਜਦੋਂ ਨੂੰ ਦੁੱਧ ਘਟਾਉਣ ਲੱਗਦੀ ਹੈ ਉਦੋਂ ਪਹਿਲਾਂ ਉਹ ਗੱਭਣ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹ ਤਕਰੀਬਨ 2-3 ਮਹੀਨੇ ਮੱਝ ਸਿਰਫ ਸੁੱਕਦੀ ਹੈ। 2 ਮਹੀਨਿਆਂ ਤੋਂ ਬਾਅਦ ਮੱਝ ਫਿਰ ਤਿਆਰ ਹੋ ਜਾਂਦੀ ਹੈ, ਫਿਰ ਉਹ ਪੂਰਾ ਕਰ ਦਿੰਦੀ ਹੈ, ਇੱਕ ਕਸਰ ਕੱਢ ਦਿੰਦੀ ਹੈ। ਪੂਰੀ ਕਸਰ ਹੋ ਜਾਂਦੀ ਹੈ। ਮੱਝ ਦਾ ਸੂਆ ਮਾਰਨਾ ਹੋਏ ਤੇ ਉਹ ਸੂਆ ਮਾਰ ਭਾਜੀ ਉਦੋਂ ਹੁੰਦਾ ਜਦੋਂ ਵਿੱਚ ਸੰਡਾ ਨਾ ਹੋਵੇ। ਸੰਡਾ ਲਾਜ਼ਮੀ ਚਾਹੀਦਾ, ਸੰਡਾ ਹੋਵੇ। ਕਿੰਨੀਆਂ ਮੱਝਾਂ ਦੇ ਕਿੰਨੇ ਸੰਡੇ ਕਰ ਦਿੰਦੇ ਨੇ ਭਾਜੀ 25-30 ਮੱਝਾਂ ਤੇ ਇੱਕ ਸੰਡਾ ਬੇਵਾ ਹੈ। ਸ਼ੈੱਡ ਆਪਣੇ ਡਿਜ਼ਾਈਨ ਦੇ ਬਾਰੇ ਦੱਸੋ ਕਿ ਮੱਝਾਂ ਦਾ ਸ਼ੈੱਡ ਕਿੰਨੇ ਸ਼ੈੱਡ 'ਚ ਕਿੰਨੀਆਂ ਮੱਝਾਂ ਸਮਾ ਸਕਦੀਆਂ, ਕਿੰਨੀ ਜਗ੍ਹਾ 'ਚ ਜਾਣੀ? ਭਾਜੀ ਇਹ ਇੱਕ ਕਨਾਲ ਜਗ੍ਹਾ ਤੇ ਕਨਾਲ ਦੇ ਵਿੱਚ ਹੀ ਹੋੜ ਬਣਿਆ, ਖੁਰਲੀਆਂ ਬਣੀਆਂ ਤੇ ਸਾਰਾ ਸਿਸਟਮ ਬਣਿਆ। ਕਨਾਲ ਦੇ ਵਿੱਚ ਆ ਵਿਹੜ, ਉਸ ਤੋਂ ਪਿੱਛੇ ਗੋਦਾਮ ਜਿਹੜਾ ਉਹ ਵੱਖਰਾ। ਤੇ ਤੁਸੀਂ ਉਹ ਹਿਸਾਬ ਲਾ ਲਓ ਕਿ ਤਕਰੀਬਨ 1.5 ਕਨਾਲ ਜਗ੍ਹਾ ਹੋਏ ਤੇ ਡੰਗਰ 30-35 ਤੁਸੀਂ ਰੱਖ ਸਕਦੇ ਹੋ ਆਰਾਮ ਸਕੂਨ ਨਾਲ। ਜ਼ਬਰਦਸਤ। ਅੱਛਾ, ਤੁਸੀਂ ਦੱਸ ਰਹੇ ਹੋ ਕਿ 3 ਵਜੇ ਤੁਸੀਂ ਵਾਪਸ ਆਉਂਦੇ ਹੋ ਤੇ ਡੰਗਰਾਂ ਨੂੰ ਖੋਲਦੇ ਨਹੀਂ? 4 ਦੇ ਹਾਂ। ਨਹੀਂ ਭਾਜੀ 4 ਦੇ ਨਹੀਂ। ਉਹਦੀ ਕੀ ਵਜ੍ਹਾ ਹੈ? ਹਾਲਾਂਕਿ ਡੰਗਰ ਖੁਸ਼ ਰਹਿੰਦਾ ਖੁੱਲਾ ਹੋਇਆ ਤੇ ਖੁੱਲਾ ਡੰਗਰ ਖੁਸ਼ ਰਹਿੰਦਾ, ਦੁੱਧ ਜ਼ਿਆਦਾ ਦਿੰਦਾ, ਠੀਕ ਹੈ। ਲੇਕਿਨ ਇਹ ਵੀ ਕਿ ਸਾਡੇ ਕੋਲੋਂ ਨਹੀਂ ਖੋਲ੍ਹੇ ਜਾਂਦੇ, ਗਰਮੀ ਬੜੀ ਜ਼ਿਆਦਾ, ਪੱਠੇ ਅਸੀਂ ਪਾ ਛੱਡਨੇ ਆ ਟਾਈਮ ਨਾਲ। ਤੁਸੀਂ ਦੱਸਿਆ ਕਿ ਇਹਨਾਂ ਵਾਸਤੇ ਸੰਡਾ ਰੱਖਣਾ ਜ਼ਰੂਰੀ ਹੈ, ਤੁਹਾਡੇ ਕੋਲ ਹੈ ਵੇ? ਹਾਂਜੀ ਆ। ਠੀਕ ਹੋ ਗਿਆ। ਤੇ ਕੋਈ ਐਸੀ ਗੱਲ ਜਿਹੜੀ ਤੁਸੀਂ ਉਸ ਬੰਦੇ ਨੂੰ ਦੱਸਣਾ ਚਾਹੋ ਜਿਹੜਾ ਮੱਝਾਂ ਰੱਖਣਾ ਚਾਹੁੰਦਾ, ਜਿਹਨੂੰ ਨਹੀਂ ਪਤਾ, ਹਾਂਜੀ, ਕੋਈ ਅਹਿਮ ਗੱਲ ਦੱਸਣਾ ਚਾਹੋ ਜਿਹੜੀ ਗੁਰ ਦੀ ਗੱਲ ਹੋਏ, ਤਾਂ ਕਿ ਤੁਹਾਡਾ ਇੱਕ ਸਦਕਾ ਜਾਰੀ ਹੋਈ ਹੈ? ਭਾਜੀ ਇਹ ਕਾਰੋਬਾਰ ਚੰਗਾ ਹੈ ਜੇ ਕੋਈ ਨਿਯਤ ਨਾਲ ਕਰੇ ਤੇ, ਠੀਕ ਹੈ। ਬਾਹਰ ਜਾਣ ਦਾ ਕੋਈ ਫਾਇਦਾ ਨਹੀਂ, ਬਾਹਰ ਜਾਣ ਨਾਲੋਂ ਇੱਥੇ 100 ਦਰਜੇ ਬੰਦਾ ਠੀਕ ਹੈ। ਆਪਣੇ ਘਰ ਹੈ, ਆਪਣੇ ਬੱਚਿਆਂ 'ਚ। ਉਸ ਤੋਂ ਬਾਅਦ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਬਹਿ ਸਕਦੇ ਹੋ, ਆਰਾਮ ਕਰ ਸਕਦੇ ਹੋ। ਤੇ ਬਾਹਰ ਜਾਈਏ ਜਾਂ ਮਜ਼ਦੂਰੀ ਕਰੀਏ ਤਾਂ ਉਹ ਤਾਂ ਨਹੀਂ ਨਾ ਫਿਰ ਲੋਕੀ ਬਹਿਣ ਦਿੰਦੇ। ਤੇ ਇਹ ਆਪਣਾ ਕਾਰੋਬਾਰ ਹੈ, ਚੰਗਾ ਹੈ, ਬੱਚਤ ਵੀ ਹੈ, ਸਭ ਕੁਛ ਹੈ, ਖਾਣ ਪੀਣ ਚੰਗਾ ਹੈ, ਦੁੱਧ ਦਹੀਂ ਹਰ ਚੀਜ਼ ਬੰਦਾ ਖਾ ਲੈਂਦਾ। ਅੱਛਾ, ਇਹ ਦੱਸੋ ਕਿ ਅਗਰ ਕਿਸੇ ਬੰਦੇ ਨੇ ਮਾਲੂਮਾਤ ਦੇ ਹਵਾਲੇ ਨਾਲ ਜਾਂ ਕੋਈ ਜਾਨਵਰ ਖਰੀਦਣ ਦੇ ਹਵਾਲੇ ਨਾਲ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਤਾਂ ਕੀ ਕਰ ਸਕਦਾ ਹੈ? ਹਾਂ, ਖਰੀਦਣ ਦੀ ਕੋਈ ਤੁਹਾਡੇ ਕੋਲ ਤੁਸੀਂ ਸੇਲ ਕਰਦੇ ਜਾਂ ਤੁਸੀਂ ਨਹੀਂ ਸੇਲ ਕਰਦੇ? ਨਹੀਂ, ਕਰ ਲਈਦੀਆਂ ਸੇਲ ਵਿੱਚੋਂ ਕਰਦੇ ਆ ਰਹੀਦਾ, ਕੋਈ ਲੈ ਆਈਦੀ ਹੈ, ਕੋਈ ਵੇਚ ਛੜੀ ਦੀ, ਉਹ ਵੀ ਕਿਸੇ ਸਿਸਟਮ। ਬੰਦੇ ਨੂੰ ਕੋਈ ਮਾਲੂਮਾਤ ਹੀ ਪੁੱਛਣੀ ਪੈਂਦੀ ਨਵੇਂ ਬੰਦੇ ਨੂੰ, ਤਾਂ ਤੁਹਾਡੇ ਨਾਲ ਕਿਸ ਤਰ੍ਹਾਂ ਰਾਬਤਾ ਕਰ ਸਕਦਾ? ਕੋਈ ਮਸਲਾ ਨਹੀਂ ਭਾਜੀ, ਜਦੋਂ ਕਿਸੇ ਨੂੰ ਕੋਈ ਮਸਲਨ ਕੰਮ ਹੋਵੇ ਸਾਡੇ ਲੈਕ ਕੋਈ ਮੱਝ ਵੇਖਣੀ ਹੋਏ, ਲੈਣੀ ਹੋਏ, ਸਾਨੂੰ ਦੱਸੇ, ਅਸੀਂ ਨਾਲ ਵੀ ਜਾਵਾਂਗੇ, ਉਹਨਾਂ ਨੂੰ ਵਹਾਂਗੇ, ਲੈ ਕੇ ਵੀ ਦਾਂਗੇ, ਚੰਗੀ ਲੈ ਕੇ ਦਾਂ। ਨੰਬਰ ਹੈ ਆਪਣਾ ਭਾਜੀ, ਬੋਲਿਓ ਭਾਈ। 0342 79 73 454। ਬਹੁਤ ਸ਼ੁਕਰੀਆ ਭਾਈ, ਤੁਸੀਂ ਬੜੀ ਮੁਫੀਦ ਗੁਫ਼ਤਗੂ ਕੀਤੀ ਹੈ, ਤੁਹਾਡਾ ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ।